ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਨੇ ਰੁੱਤਾਂ ਨੂੰ ਕਿਹਾ ਕਿ ਉਹ ਧਰਤੀ 'ਤੇ ਆਉਂਦੀਆਂ ਰਹਿਣਗੀਆਂ। ਉਹਨਾਂ ਸਾਰਿਆਂ ਲੋਕਾਂ ਲਈ ਨਹੀਂ, ਪਰ ਉਸ ਇੱਕ ਆਦਮੀ ਲਈ। ਉਹ ਆਦਮੀ ਕੌਣ ਸੀ? ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਰੱਬ ਉੱਤੇ ਸਵਰਗ ਵਿੱਚ ਰਹਿੰਦਾ ਸੀ, ਹੇਠਾਂ ਧੁੰਦਕਾਰ ਸੀ। ਸ੍ਰਿਸ਼ਟੀ ਨੂੰ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿੱਚ ਆਇਆ। ਆਪਣੇ ਚਿੱਤ ਵਿੱਚ ਹੋ ਰਹੀ ਭੰਨ-ਘਰ ਵੱਲ ਇਕਾਗਰ ਹੋਇਆ। ਉਹ ਆਦਮੀ ਨਦੀ ਦੇ ਕੰਢੇ 'ਤੇ ਫਿਰ ਰਿਹਾ ਸੀ। ਨਦੀ ਭਰ ਯੌਵਨ ਵਿੱਚ ਵਹਿ ਰਹੀ ਸੀ। ਸਰੂਰ ਪਹਾੜਾਂ ਵਿੱਚ ਮੀਂਹ ਪੈਂਦਾ ਹੋਣਾ। ਫੁੱਲ ਪੌਦਿਆਂ ਦੀਆਂ ਟੀਸੀਆਂ ਉੱਤੇ ਬੈਠ ਕੇ ਖੂਬ ਟਿਕਾ ਰਹੇ ਸਨ, ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ। ਪੰਛੀ ਗਰਦਨਾਂ ਮਟਕਾ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬੱਦਲ ਘੁਰਾਇਆ। ਰੱਬ ਦੀ ਇਕਾਗਰਤਾ ਭੰਗ ਹੋ ਗਈ। ਉਸਨੇ ਖਿੱਝ ਕੇ ਸਾਰਿਆਂ ਦੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ ਤੇ ਕਿਹਾ, ਵਾਰੀ-ਵਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉੱਤੇ ਪਹਿਰਾ ਦਿਓ। ਹੁਕਮ ਦਿੱਤਾ। ਬਣੀਆਂ ਰੁੱਤਾਂ ਇਸ ਸ੍ਰਿਸ਼ਟੀ ਉੱਤੇ ਪਹੁੰਚ ਗਈਆਂ। ਮਾਣਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮੁਸਕਰਾਈਆਂ ਕਰਦੀਆਂ। ਲੋਕ ਸਮੇਂ ਇਹਨਾਂ ਬਚਨ ਉਪਰਾਲੇ ਵਿੱਚ ਖੋਲਾ, ਕੰਧਾਰਾ, ਛੱਪੜੇ, ਕੋਠੀਆਂ, ਬੰਗਲਿਆਂ ਤੱਕ ਪਹੁੰਚ ਗਏ। ਕਿਸੇ ਰੁੱਤੇ ਮੀਂਹ ਪੈਂਦਾ, ਦਰਿਆਵਾਂ ਵਿੱਚ ਹੜ੍ਹ ਆਉਂਦੇ ਤੇ ਘਰਾਂ ਦੇ ਘਰ ਰੁੜ ਜਾਂਦੇ। ਰੁੱਤਾਂ ਲਈ ਐਵੇਂ ਹੀ ਸ਼ੁਕਲ ਸੀ। ਪਰ ਹੁਣ ਇਹਨਾਂ ਲੋਕਾਂ ਦਾ ਰਿਵਿਊ ਪਹਿਲਾਂ ਹੀ ਦੱਸ ਦਿੰਦਾ ਕਿ ਕਦ ਮੀਂਹ ਪਏਗਾ ਤੇ ਕਦ ਦਰਿਆਵਾਂ ਨੂੰ ਮਾਰ ਪਏਗੀ। ਲੋਕ ਕੈਦੀਆਂ ਵਾਂਗ ਮਨਮਰਜ਼ੀ ਦੇ ਪਾਸੇ ਭੇਜਣ ਲੱਗ ਪਏ। ਅੱਗੇ ਕਦੇ ਸ਼ਰਾਰਤ ਨਾਲ ਹਵਾ ਸਾਹ ਰੋਕ ਲੈਂਦੀ। ਲੋਕ ਆਖਦੇ, ਕੋਈ ਪਾਪੀ ਪਹਿਰੇ ਬੈਠਾ ਹੈ। ਤਰਲੋ ਮੰਛੀ ਹੁੰਦੇ। ਪਹਿਰਾ ਬਦਲ ਜਾਣ ਨੂੰ ਉੱਡੀ ਕਦੇ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛਿਆਂ ਹੀ ਵਗਦੇ ਰਹਿੰਦੇ ਹਨ। ਅੱਗੇ ਕਦੇ ਮੀਂਹ ਨਾ ਪੈਂਦਾ, ਵਨਸਪਤੀ ਸੁੱਕ ਸੜ ਜਾਂਦੀ। ਲੋਕ ਯੱਗ ਕਰਦੇ, ਹਵਨ ਕਰਦੇ। ਕਿੱਥੇ ਕਿਹੜਾ ਵਿਹਣ ਹੋ ਗਿਆ ਚਿਤਾਰਦੇ, ਪਰ ਹੁਣ ਲੋਕਾਂ ਨੇ ਟਿਊਬਵੈੱਲ ਲਾ ਲਏ ਹਨ। ਮੀਂਹ ਦੀ ਪਰਵਾਹ ਨਹੀਂ ਕਰਦੇ। ਰੁੱਤਾਂ ਉਦਾਸ ਹੋ ਗਈਆਂ। ਉਹ ਰਲ ਕੇ ਰੱਬ ਕੋਲ ਗਈਆਂ। ਰਾਮ ਜੀ, ਧਰਤੀ ਉੱਤੇ ਸਾਡੀ ਲੋੜ ਨਹੀਂ, ਸਾਨੂੰ ਪਰਤ ਆਉਣ ਦੀ ਆਗਿਆ ਦੇਵੋ। ਇਹ ਕਿਵੇਂ ਹੋ ਸਕਦਾ ਹੈ? ਰੱਬ ਨੇ ਹੈਰਾਨ ਹੋ ਕੇ ਕਿਹਾ। ਆਪ ਚੱਲ ਕੇ ਵੇਖ ਲਵੋ। ਰੁੱਤਾਂ ਨੇ ਅਰਜ਼ ਗੁਜ਼ਾਰੀ। ਰੱਬ ਇੱਕ ਨਿੱਕੀ ਜਿਹੀ ਚਿੜੀ ਬਣ ਕੇ ਰੁੱਤਾਂ ਦੀ ਸ਼ਿਕਾਇਤ ਸੁਣ ਕੇ ਧਰਤੀ ਉੱਤੇ ਆ ਗਿਆ। ਵੇਲਾ ਆਥਣ ਦਾ ਸੀ। ਰੁੱਤ ਬਹਾਰ ਦੀ ਸੀ। ਅਸਮਾਨ ਉੱਤੇ ਬੱਦਲ ਘਿਰ ਆਏ। ਮੋਰਾਂ ਨੇ ਖੰਭ ਖਿਲਾਰ ਲਏ ਕਿ ਝੂਮ ਕੇ ਨੱਚ ਕੇ ਧਰਤੀ ਉੱਤੇ ਉਤਰ ਆਉਣ ਦੀ ਕਿਹਾ। ਜੰਗਲੀ ਫੁੱਲ ਇੱਕ ਦੂਜੇ ਵੱਲ ਸੈਨਤਾਂ ਮਾਰ ਰਹੇ ਸਨ ਤੇ ਹੱਸ ਰਹੇ ਸਨ। ਨਿੱਕੇ ਪੰਛੀ ਫੁੱਲਾਂ ਦੇ ਪੱਤਿਆਂ 'ਤੇ ਬੈਠ ਕੇ ਗੀਤ ਗਾ ਰਹੇ ਸਨ। ਇਹ ਧਰਤੀ ਤਾਂ ਬੜੀ ਸੋਹਣੀ ਥਾਂ ਹੈ। ਰੱਬ ਨੇ ਬਹਾਰ ਨੂੰ ਆਖਿਆ। ਇੰਨੇ ਨੂੰ ਇੱਕ ਸ਼ਹਿਰ ਆ ਗਿਆ। ਬੜੀ ਭੀੜ ਸੀ, ਬੜਾ ਰੌਲਾ ਸੀ। ਹਰ ਕੋਈ ਜਿਵੇਂ ਗੁਆਚਿਆ ਹੋਇਆ ਸੀ। ਸਾਰੇ ਲੋਕ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਨਹੀਂ ਸੀ ਲੱਗਦਾ, ਕਿਸੇ ਦਾ ਕੋਈ ਜਾਣੂ ਨਹੀਂ ਸੀ। ਚਿੜੀ ਬਣੇ ਹੋਏ ਰੱਬ ਨੇ ਦੇਖਿਆ, ਇਹ ਲੋਕ ਘੜੀ ਨੂੰ ਦੇਖਦੇ ਹਨ। ਕਿਸ ਲਈ? ਬਹਾਰ ਨੇ ਪੁੱਛਿਆ। ਚਿੜੀਆਂ ਲੈਲਾ ਰੰਗ ਬਿਰੰਗੀਆਂ, ਚਿੜੀਆਂ ਲੈਲਾ ਰੰਗ ਬਿਰੰਗੀਆਂ। ਪਿੰਜਰੇ ਵਿੱਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀਆਂ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਉੱਤੇ ਸੁੱਟੀ ਹੋ ਕੇ ਦੇ ਰਿਹਾ ਸੀ। ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ। ਉੱਥੋਂ ਛੇਤੀ ਉੱਡ ਕੇ ਉਹ ਇੱਕ ਮੰਦਰ ਵਿੱਚ ਆਣ ਵੜਿਆ। ਤਾਜ਼ੇ ਮੋਤੀਆਂ ਦਾ ਹਾਰ, 2 ਆਨੇ। ਮੰਦਰ ਦੇ ਬਾਹਰ ਨੰਗੇ ਪੈਰ ਪਾਟੇ ਹੋਏ ਝੱਗੇ ਵਾਲਾ ਹਾਰ ਵੇਚ ਰਿਹਾ ਸੀ। ਲੈ ਫੜ 1.5 ਆਨਾ ਤੇ ਹਾਰ ਆਪਣਾ ਮੈਨੂੰ ਦੇ। ਢਿੱਡ ਮਹਾਂ ਸੰਭਾਲੀ ਆਏ ਤਿਲਕਧਾਰੀ ਤਾਲੇ ਨੇ ਕਿਹਾ। ਮੁੰਡਾ ਜਾ ਕੇ ਤਕੋ ਵਿੱਚ ਪੈ ਗਿਆ, ਜਿਵੇਂ ਉਸਨੇ ਪਹਿਲਾਂ ਹੀ ਬੜਾ ਘੱਟ ਮੁੱਲ ਦੱਸਿਆ ਸੀ। ਓਏ ਛੱਡ ਪਰੇ, ਇਹ ਕਿਹੜਾ ਖਾਣ ਦੀ ਚੀਜ਼ ਹੈ। ਹੋਰ ਦਊ ਘੰਟੇ ਨੂੰ ਇਹਨੇ ਉਹੀ ਬਹੇ ਹੋ ਜਾਣਾ ਹੈ। ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਬੇਵੱਸ ਜਿਹਾ ਹੋ ਕੇ 1.5 ਆਨੇ ਨੂੰ ਹੀ ਹਾਰ ਦੇ ਦਿੱਤਾ।
ਲਾਲਾ ਜੀ ਮੰਦਰ ਵਿੱਚ ਪਹੁੰਚੇ। ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖਲੋ ਕੇ, ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਲੈਣ ਦੇਣ ਦੀ ਗੱਲ ਕੀਤੀ ਤੇ ਸਿਰ ਨਮਸਕਾਰ ਕਰਕੇ ਜਿਉਂਦੇ ਫੁੱਲਾਂ ਦਾ ਹਾਰ ਆਪਣੇ ਚਰਨਾਂ ਵਿੱਚ ਵਗਾ ਦਿੱਤਾ। ਰੱਬ ਮੰਦਰ ਵਿੱਚੋਂ ਬਾਹਰ ਆ ਗਿਆ। ਇੱਕ ਔਰਤ ਆਪਣੇ ਵਾਲਾਂ ਵਿੱਚ ਸੋਹਣਾ ਫੁੱਲ ਲਗਾਈ ਜਾ ਰਹੀ ਸੀ। ਉਹ ਆਪ ਵੀ ਬਹੁਤ ਸੋਹਣੀ ਸੀ। ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸਿਰ ਢੱਕ ਲਿਆ, ਸਾਊ ਜ਼ਮਾਨਾ ਮਾੜਾ ਹੈ। ਉਸ ਔਰਤ ਨੂੰ ਮਗਰ ਆ ਰਹੀ ਇੱਕ ਬੁੱਢੀ, ਸ਼ਾਇਦ ਉਸਦੀ ਸੱਸ, ਨੇ ਕਿਹਾ, ਆਗਿਆਕਾਰ ਧੀਆਂ ਨੂੰਹਾਂ ਭਾਗ ਆਪਣੇ ਸਿਰ ਢੱਕ ਲੈਂਦੀਆਂ ਹਨ। ਰੱਬ ਉਸ ਫੁੱਲ ਬਾਰੇ ਸੋਚਣ ਲੱਗ ਗਿਆ ਜਿਸ ਦਾ ਜ਼ਰੂਰ ਪੱਲੇ ਹੇਠਾਂ ਸਾਹ ਘੁੱਟ ਰਿਹਾ ਹੋਣਾ। ਇੰਨੇ ਨੂੰ ਕਣੀਆਂ ਉੱਤਰ ਆਈਆਂ। ਆਵਾਜਾਈ ਹੋਰ ਵੱਧ ਗਈ। ਬਰਸਾਤੀਆਂ ਛਤਰੀਆਂ ਚਮਕਣ ਲੱਗ ਪਈਆਂ। ਚਿੜੀ ਬਣਿਆ ਰੱਬ ਇੱਕ ਖੰਭੇ ਉੱਤੇ ਬੈਠਣ ਹੀ ਲੱਗਾ ਸੀ ਕਿ ਉਸਨੂੰ ਕਰੰਟ ਦਾ ਅਜਿਹਾ ਝਟਕਾ ਲੱਗਾ ਕਿ ਪਲ ਹੀ ਪਲ ਉਸ ਦੀ ਸੂਰਤ ਜਿਹੀ ਗੁੰਮ ਹੋ ਗਈ। ਕੱਚੀ ਜਿਹੀ ਹਾਸੀ ਹੱਸ ਕੇ ਉਹ ਇੱਕ ਘਰ ਦੀ ਛੱਤ 'ਤੇ ਬੈਠ ਗਿਆ। ਉਸਨੂੰ ਫਿਕਰ ਹੋ ਗਿਆ ਕਿ ਸ਼ਹਿਰ ਵਿੱਚ ਕਿਧਰੇ ਦਰਖਤ ਹੀ ਨਹੀਂ, ਪੰਛੀ ਕਿੱਥੇ ਬੈਠਦੇ ਹੋਣਗੇ, ਆਲ੍ਹਣੇ ਕਿੱਥੇ ਪਾਉਂਦੇ ਹੋਣਗੇ, ਰਾਤ ਨੂੰ ਕਿੱਥੇ ਸੌਂਦੇ ਹੋਣਗੇ। ਉਸਨੂੰ ਇਹ ਕਿਸੇ ਨੇ ਨਹੀਂ ਦੱਸਿਆ ਕਿ ਇਸ ਸ਼ਹਿਰ ਵਿੱਚ ਪੰਛੀ ਹੀ ਨਹੀਂ। ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖਿਆ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਕੀਤੀ, ਨਾ ਮਹਿਸੂਸ ਕੀਤੀ, ਨਾ ਕਿਸੇ ਦੀਆਂ ਅੱਖਾਂ ਵਿੱਚ ਬਦਲਾ ਤੇ ਨਾ ਪਰਛਾਏ ਨੱਚੇ, ਨਾ ਕੋਈ ਨੰਗੇ ਨੰਗੇ ਪੈਰੀ ਧਰਤੀ ਦੀ ਸੁਗੰਧ ਪੀਣ ਆਇਆ ਤੇ ਨਾ ਕਿਸੇ ਨੇ ਵਾਲ ਖੋਲ ਕੇ ਡਿੱਗਦੇ ਮੋਤੀ ਵੇਚੇ। ਹੁਣ ਰੱਬ ਬਾਹਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ। ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ। ਡਿੱਗੀ ਟੇਢੀ ਡੰਡੀ ਉੱਤੇ ਖੁੱਲ੍ਹੇ ਖੇਤਾਂ ਦੇ ਵਿਚਕਾਰ ਇੱਕ ਬੰਦਾ ਤੁਰਿਆ ਜਾ ਰਿਹਾ ਸੀ। ਕਣੀਆਂ ਹੋਰ ਤੇਜ਼ ਹੋਣ ਲੱਗ ਗਈਆਂ। ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਚੁੜੇ, ਚਟਾਈਆਂ ਵਿਛਾਈਆਂ, ਬੱਦਲਾਂ ਵੱਲ ਵੇਖਿਆ ਤੇ ਸਾਰੇ ਆਪੇ ਨਾਲ ਗਾਇਆ, ਮੈਂ ਤੈਨੂੰ ਮਿਲਣ ਦੀ ਕਸਮ ਖਾਈ ਹੈ। ਸਾਹਮਣੇ ਪਿੰਡ ਤੋਂ ਚਿੜੀਆਂ ਦੇ ਕੇ ਮੁੜ ਉਹਦੇ ਡਾਕੀਏ ਨੇ ਪਹਿਚਾਣ ਕੇ ਸਾਈਕਲ ਹੌਲੀ ਕਰ ਲਿਆ ਤੇ ਕਿਹਾ, ਉਹ ਮੀਂਹ ਆ ਰਿਹਾ ਹੈ, ਕਹੇ ਤਾਂ ਸਾਈਕਲ 'ਤੇ ਛੱਡ ਆਵਾਂ। ਜਾਣਾ ਕਿੱਥੇ ਹੈ? ਡਾਕੀਏ ਨੇ ਐਨਕ ਸਹੀ ਕਰਦਿਆਂ ਪੁੱਛਿਆ। ਜਾਣਾ ਉਹ ਜਾਣਾ ਤਾਂ ਕਿਤੇ ਵੀ ਨਹੀਂ, ਤੁਸੀਂ ਚੱਲੋ ਮੀਂਹ ਤੋਂ ਪਹਿਲਾਂ, ਠਿਕਾਣੇ ਪਹੁੰਚੋ। ਉਸ ਬੰਦੇ ਨੇ ਡਾਕੀਏ ਨੂੰ ਕਿਹਾ। ਪਿੰਡ ਤੋਂ ਦੂਰ ਮੜੀਆਂ ਵਾਲੇ ਪਾਸੇ ਵਾਲਿਓ ਬੰਦਾ ਮੁੜ ਪਾਇਆ ਕਿਉਂ? ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ। ਖਬਰੇ ਸੋਚਦਾ ਹੋਵੇ ਕਿ ਮਰਨ ਵਾਲੇ ਬੰਦਿਆਂ ਵਿੱਚ ਕੋਈ ਜਿਸਦੋ ਵੀ ਹੋਵੇ। ਚਿੜੀ ਬਣਿਆ ਰੱਬ ਹੱਸ ਪਿਆ। ਇੱਥੇ ਬੰਦਿਆਂ ਨੂੰ ਮਾਰ ਕੇ ਹੀ ਪਤਾ ਲੱਗਦਾ ਹੈ ਕਿ ਉਹ ਜਿਉਂਦੇ ਵੀ ਸਨ। ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਉਹ ਬੰਦਾ ਟੋਭੇ ਦੇ ਕੰਢੇ ਉੱਤੇ ਪਹੁੰਚ ਗਿਆ ਤੇ ਫਿਰ ਗਾਉਣ ਲੱਗ ਪਿਆ ਕਿ ਮੈਂ ਤੈਨੂੰ ਮਿਲਣ ਦੀ ਕਸਮ ਖਾਈ ਹੈ। ਟੋਭੇ ਵਿੱਚ ਬਗਲੇ ਚਹਿਲ ਕਦਮੀ ਕਰ ਰਹੇ ਸਨ, ਕੁਝ ਬੋਲ ਵੀ ਰਹੇ ਸਨ। ਉਸਨੂੰ ਲੱਗਿਆ ਜਿਵੇਂ ਕਹਿ ਰਹੇ ਹੋਣ, ਚੰਗਾ ਚੰਗਾ। ਟੋਭੇ ਦੇ ਘਸਮੈਲੇ ਪਾਣੀ ਵਿੱਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਤਕਤਾਰੀਆਂ ਨਿਕਲ ਰਹੀਆਂ ਹਨ। ਫਿਰ ਉਸ ਬੰਦੇ ਨੇ ਕੰਢੇ ਉੱਤੇ ਬੈਠ ਕੇ ਟੋਭੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ ਤੇ ਫਿਰ ਉਹ ਹੱਥਾਂ ਨੂੰ ਹਿਲਾ ਕੇ ਹੱਥਾਂ ਵੱਲ ਵੇਖ ਰਿਹਾ ਸੀ ਕਿ ਜਿਵੇਂ ਹੈਰਾਨ ਹੋ ਰਿਹਾ ਸੀ। ਮਿੱਟੀ ਦੇ ਬਣੇ ਹੱਥ ਕਿੰਜ ਨੱਚ ਰਹੇ ਹਨ, ਜਿਵੇਂ ਸੱਚੀ ਮੁੱਚੀ ਦੇ ਹੋਣ। ਉਹਨੂੰ ਇਹ ਇੱਕ ਬੜੀ ਕਰਾਮਾਤ ਲੱਗਦੀ ਸੀ। ਉਹ ਗਾਉਣ ਲੱਗ ਪਿਆ, ਸੂਰਜਾਂ ਦੀ ਜਿੰਦ ਮੇਰੀ, ਬੱਦਲਾਂ ਦੀ ਜਿੰਦ ਮੇਰੀ, ਪੰਛੀਆਂ ਦੀ ਜਿੰਦ ਮੇਰੀ, ਪੱਤਿਆਂ ਦੀ ਜਿੰਦ ਮੇਰੀ, ਪੌਣਾਂ ਦੀ ਜਿੰਦ ਮੇਰੀ, ਮੈਂ ਤੈਨੂੰ ਮਿਲਣ ਦੀ ਕਸਮ ਖਾਈ ਹੈ। ਫਿਰ ਉਸਨੇ ਹੱਥ ਤੋਂ ਧੋ ਲਏ। ਚਿੜੀ ਬਣੇ ਰੱਬ ਵੱਲ ਦੇਖ ਕੇ ਉਸ ਬੰਦੇ ਨੇ ਸੀਟੀ ਮਾਰੀ। ਚਿੜੀ ਬਣੇ ਰੱਬ ਦੇ ਕੋਲ ਖੜੀ ਬਹਾਰ ਵੀ ਸ਼ਰਮਾ ਗਈ। ਰੱਬ ਹੱਸ ਪਿਆ ਤੇ ਬੋਲਿਆ, ਉਹਨਾਂ ਸਾਰਿਆਂ ਦੇ ਲਈ ਨਹੀਂ, ਸਿਰਫ ਇਸ ਇਨਸਾਨ ਦੇ ਲਈ। ਰੁੱਤਾਂ ਆਉਂਦੀਆਂ ਰਹਿਣਗੀਆਂ, ਬੱਦਲ ਵਰ੍ਹਦੇ ਰਹਿਣਗੇ, ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜ੍ਹਦੇ ਰਹਿਣਗੇ। ਜਿਹੜਾ ਗਾ ਰਿਹਾ ਸੀ, ਮੈਂ ਤੈਨੂੰ ਮਿਲਣ ਦੀ ਕਸਮ ਖਾਈ ਹੈ, ਬਹਾਰ ਨੇ ਜਿਵੇਂ ਆਗਿਆ ਆਖ ਸਿਰ ਨਿਵਾ ਦਿੱਤਾ। ਚਿੜੀ ਬਣਿਆ ਰੱਬ ਸੋਚ ਰਿਹਾ ਸੀ, ਉੱਪਰ ਸਵਰਗ 'ਚ ਜਾਵਿਆ ਜਾਵੇ ਜਾਂ ਨਾ।